ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਬੁਲਾਰੇ ਜਗਮੀਤ ਬਰਾੜ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ। ਉਹ ਤਾਂ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਮੰਗ ਪੱਤਰ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਏਕਤਾ ਦੇ ਲਈ ਕੰਮ ਕਰਦੇ ਰਹਿਣਗੇ। ਉਹ ਅਕਾਲੀ ਦਲ ਦੇ ਨਿਮਾਣੇ ਵਰਕਰ ਵਾਂਗ ਕੰਮ ਕਰਨਗੇ। ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ। ਅਨੁਸ਼ਾਸਨੀ ਕਮੇਟੀ ਵੱਲੋਂ ਤਲਬ ਕਰਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣਾ ਲਿਖਤੀ ਜਵਾਬ ਪਾਰਟੀ ਨੂੰ ਭੇਜ ਦਿੱਤਾ ਹੈ ਤੇ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਇਕੱਠਾ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਤਿਆਗ ਪੱਤਰ ਦੇਣ ਦੀ ਬਜਾਏ ਤਿਆਗ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੈ ਤਾਂ ਸਾਨੂੰ ਸਾਰੇ ਤਾਣੇ ਬਾਣੇ ਨੂੰ ਠੀਕ ਕਰਨਾ ਪਵੇਗਾ ਤੇ ਅੱਗੇ ਬੋਲਦੇ ਹੋਏ ਕਿਹਾ ਕਿ ਅੱਜ ਉਹਨਾਂ ਵੱਲੋਂ ਬੇਸ਼ੱਕ ਅਸਤੀਫਾ ਦਿੱਤਾ ਗਿਆ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਉਹ ਇੱਕ ਸਿਪਾਹੀ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਰਨ ਵਾਸਤੇ ਉਹ ਹਰ ਇੱਕ ਸੰਭਵ ਕੋਸ਼ਿਸ਼ ਜ਼ਰੂਰ ਕਰਨਗੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਸਭ ਤੋਂ ਸਰਵ ਉੱਚ ਇਸ ਵੇਲੇ ਰੁਤਬੇ ਤੇ ਹਨ, ਮੈਂ ਉਹਨਾਂ ਨੂੰ ਟਾਈਮ ਲੈ ਕੇ ਵਕਤ ਲੈ ਕੇ ਮਿਲਣ ਆਇਆ ਔਰ ਉਹਨਾਂ ਨੂੰ ਇੱਕ 2 ਸਫ਼ਿਆਂ ਦਾ ਪੱਤਰ ਆਪਣੇ ਇਸ ਵੇਲੇ ਦੇ ਮੌਜੂਦਾ ਪੰਥਕ ਹਾਲਾਤ ਔਰ ਅਕਾਲੀ ਦਲ ਦੀ ਏਕਤਾ ਇਕਮੁੱਠਤਾ ਤੇ ਉਹਨਾਂ ਨੂੰ ਪੱਤਰ ਦਿੱਤਾ ਹੈ ਔਰ ਕਿਸ ਪ੍ਰਕਾਰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਅਕਾਲੀ ਦਲ ਅਗਰ ਸੰਗਠਿਤ ਰੂਪ ਵਿੱਚ ਲੜੇਗਾ, ਅਗਰ ਇਕੱਠਿਆਂ ਹੋ ਕੇ ਲੜੇਗਾ ਤਾਂ ਇਹ ਪੰਜਾਬ ਦੇ ਭਲੇ ਵਿੱਚ ਹੈ। ਕਿਉਂਕਿ ਦੁਨੀਆ ਭਰ ਦੇ ਲੋਕ ਇਹ ਕਹਿ ਰਹੇ ਹਨ ਕਿ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਦਾ ਕਮਜ਼ੋਰ ਹੋਣਾ ਇਸ ਦੇਸ਼ ਦਾ, ਇਸ ਵਤਨ ਦਾ ਤੇ ਨਾਲ ਦੀ ਨਾਲ ਪੰਜਾਬ ਦਾ ਤੇ ਸਿੱਖ ਕੌਮ ਦਾ ਕਮਜ਼ੋਰ ਹੋਣਾ ਹੈ। ਇਸ ਕਰਕੇ ਮੈਂ ਉਹਨਾਂ ਨੂੰ ਆਪਣੇ ਜਜ਼ਬਾਤ ਤੇ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਪਰ ਨਾਲ ਦੀ ਨਾਲ ਆਪਰੇਟਿਵ ਪਾਰਟ ਤੁਹਾਨੂੰ ਦੱਸ ਦਿਆਂ ਕਿ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਰਹਾਂਗਾ, ਹਮੇਸ਼ਾ ਪਾਰਟੀ ਲਈ ਕੰਮ ਕਰਾਂਗਾ। ਲੇਕਿਨ ਮੈਂ ਅਹੁਦਿਆਂ ਦੇ ਪਿੱਛੇ ਨਾ ਭੱਜ ਕੇ ਮੈਂ ਅੱਜ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਹੁਕਮ ਲਾ ਦਿੱਤਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਜਗਮੀਤ ਸਿੰਘ ਅਕਾਲੀ ਹੋ। ਇਹ ਅਕਾਲੀ ਪੁਣਾ ਤੁਹਾਡੇ ਪਿਤਾ ਪੁਰਖੀ ਤੁਹਾਡੀਆਂ ਕੈਦਾਂ ਜੇਲ੍ਹਾਂ ਪੰਜਾਬੀ ਸੂਬਾ ਐਮਰਜੈਂਸੀ ਡਿਫੈਂਸ ਆਫ ਇੰਡੀਆ ਰੂਲ ਟਾਡਾ ਸਤਲੁਜ ਜਮਨਾ ਲਿੰਕ ਨਹਿਰ ਦੇ ਮੋਰਚੇ ਜੋ ਤੁਸੀਂ ਇੰਨੀ ਵਾਰ ਜੋ ਵੀ ਲੋੜ ਪਈ ਹੈ ਕੌਮ ਨੂੰ ਔਰ ਕੌਮ ਦਾ ਹੁਕਮ ਹੋਇਆ ਤੁਸੀਂ ਫੁੱਲ ਚੜਾਏ ਹੈ। ਕਿਉਂਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਸ ਮਹਾਨ ਸੰਸਥਾ ਨੂੰ ਸਿੱਖ ਪੰਥ ਦੀ ਸਰਵ ਉੱਚ ਸੰਸਥਾ ਮੰਨਦਾ ਹੈ। ਅਕਾਲ ਪੁਰਖ ਮਹਾਰਾਜ ਦੇ ਦਰਬਾਰ ਤੋਂ ਬਾਅਦ ਅਗਰ ਸਭ ਤੋਂ ਵੱਧ ਮੁਕੱਦਸ ਅਸਥਾਨ ਕੋਈ ਹੈ ਉਹ ਇਸ ਮਹਾਨ ਅਕਾਲ ਤਖਤ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਇਹ ਤਖਤ ਹੈ। तो मैं अपनी भावना सच्चे मनो उन्होंने को प्रगट करना है ताकि दुनियावी बंदे कोई राजनीतिक कीड़ा मेरे विरुद्ध कढ़न तो पहला मैं अपने दिल की भावना पंजाब के लोगों के सामने रखा। क्योंकि मेरे खिलाफ कूड़ प्रचार पैसे दे के लोगों को अहदे दे के जिन्हां ते करोड़ों अरबां रुपए के इल्ज़ाम हैं, मेरियां पेशियां वो बंदे पा रहे हैं जिन्हां दे उत्ते बेअदबियां दा, जिन्हां दे उत्ते अनेकां वार करप्शन के केसिस पेंडिंग है। 4-4 इंटरपोल भाल रही है वजीरां नूं, जिहड़े वजीर रहे है उन्हां दे विरुद्ध जदों इन्ने केस चल रहे होण तां जिहड़ी कमेटी भी गठित की गई, मैं बेनती की कि मैं पत्र तुहानूं भेज दिता। मैं कोई जाती गल बाई नेम किसी दे विरुद्ध नहीं कही, इस करके मैं पार्टी दे वर्कर वजों अपना काम जारी रखा। देखो कारण यह है कि अकाली दल का ढांचा भंग कर दिता गया सी। तुहानूं याद होना काली विच चक्या कदम सी। अगले दिन कुछ सियाणियां बंदियां ने जिहड़े पार्टी के विधान नूं समझदे है उन्होंने राय दी कि तुसी ये जिहड़ा ढांचा भंग किया वो गैर संविधानिक है, क्योंकि वर्किंग कमेटी भंग नहीं हो सकती सी। इस करके झूंदा कमेटी दीयां जिहड़ियां 42 सिफारिशां सन उन्हां नूं जनतक करन दी बजाए, लागू करन दी बजाए जिहड़ियां पंथ दे वडेरे हितां विच सन वो किसी नूं बनाउण या लाउण लई नहीं सन। उहदे विच आनंदपुर साहब दा मता, ਉਹਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪੁਨਰ ਸੁਰਜੀਤੀ, ਉਹਦੇ ਵਿੱਚ ਪੰਥਕ ਸੰਸਥਾਵਾਂ ਨੂੰ ਜੋ ਢਾਹ ਲੱਗੀ ਹੈ ਉਹਨਾਂ ਨੂੰ ਦੁਬਾਰਾ ਤੋਂ ਤਕੜਿਆਂ ਹੋ ਕੇ ਇਕਮੁੱਠਤਾ ਨਾਲ ਤਕੜਿਆਂ ਕਰਨਾ, ਕਾਇਮ ਕਰਨਾ, ਇਹ ਮੰਗਾਂ ਸਨ। 42 ਰეკਮੈਂਡੇਸ਼ਨਸ ਦੇ ਵਿੱਚੋਂ ਸੰਗਰੂਰ ਦੀ ਜਿਮਨੀ ਚੋਣ ਵਿੱਚ ਜਦੋਂ ਅਕਾਲੀ ਦਲ ਵਰਗੀ ਮਹਾਨ ਪਾਰਟੀ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ ਉਹ 5ਵੇਂ ਨੰਬਰ ਤੇ ਆਈ। ਐਡਾ ਵੱਡਾ ਰਾਜਨੀਤਿਕ ਡਿਬੈਕਲ ਜਿਹਨੂੰ ਕਿਹਾ ਜਾਂਦਾ ਹੈ ਪੋਲਿਟਿਕਸ ਦੇ ਵਿੱਚ ਕਦੇ ਨਹੀਂ ਹੋਇਆ। ਇਸ ਕਰਕੇ ਚਿੰਤਾ ਦਾ ਵਿਸ਼ਾ ਸੀ
ਇਸ ਚਿੰਤਾ ਦੇ ਵਿਸ਼ੇ ਨੂੰ ਐਡਰੈਸ ਕਰਨ ਲਈ ਇਹ ਕਮੇਟੀ ਬਣਾਈ ਗਈ ਸੀ। ਲੇਕਿਨ ਉਹ ਫਾਈਂਡਿੰਗਸ ਜਿਹੜੀਆਂ ਜਦੋਂ ਵਰਕਿੰਗ ਕਮੇਟੀ ਭੰਗ ਕਰਤੀ ਤਾਂ ਜਿਹੜਾ ਬਾਅਦ ਦੇ ਵਿੱਚ ਹੁਣ ਢਾਂਚਾ ਬਣਾਇਆ ਗਿਆ ਉਹ ਗੈਰ ਸੰਵਿਧਾਨਕ ਹੈ। ਉਹਦੇ 'ਚ ਕਿਸੇ ਦੀ ਕੋਈ ਅਥਾਰਟੀ ਨਹੀਂ ਕਿ ਕੋਈ ਕਨਸਟੀਟਿਊਟ ਕਰ ਸਕੇ। ਇਸ ਕਰਕੇ ਵਧੇਰੇ ਇਸ ਗੱਲ ਦਾ ਮੈਂ ਸਮਝਦਾ ਖਲਾਰਾ ਪਾਉਣ ਤੋਂ, ਕਿਉਂਕਿ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ। ਮੈਂ ਉਸ ਅਕਾਲ ਪੁਰਖ ਦੇ ਦਰਬਾਰ ਦੇ ਸਾਹਮਣੇ ਖੜਾ, ਮੇਰਾ ਕੇਵਲ ਤੇ ਕੇਵਲ ਮਕਸਦ ਸਾਰੇ ਅਕਾਲੀ ਦਲ ਤੇ ਪੰਥ ਦੀ ਇੱਕ ਮੁੱਠਤਾ ਲਈ ਜ਼ੋਰ ਲਾਉਣਾ। ਕੋਈ ਮੈਂ ਇਕੱਲਾ ਨਹੀਂ ਕਰ ਸਕਦਾ, ਮੇਰੇ ਨਾਲ 80% ਜਿਹੜੇ ਕਮੇਟੀ ਦੇ ਸੀਨੀਅਰ ਲੀਡਰਸ ਔਰ ਵਰਕਰਸ ਹੈ। ਦੇਖੋ 5 ਫੈਕਸ਼ਨ ਕਹਿ ਲਓ ਅਕਾਲੀ ਦਲ ਦੇ, ਜਿਹਦੇ ਵਿੱਚ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਭ ਤੋਂ ਸੀਨੀਅਰ ਮੋਸਟ ਲੀਡਰ ਹੈ, ਨਾਲ ਮਨਜੀਤ ਸਿੰਘ ਜੀਕੇ ਹੈ, ਨਾਲ ਪਰਮਜੀਤ ਸਿੰਘ ਸਰਨਾ ਹੈ, ਨਾਲ ਦੀ ਨਾਲ ਹਰਮੀਤ ਸਿੰਘ ਜੀ ਕਾਲਕਾ ਹੈ, ਨਾਲ ਦੀ ਨਾਲ ਸਿਮਰਨਜੀਤ ਸਿੰਘ ਮਾਨ ਮੈਂ ਆਪ ਨੂੰ ਦੱਸਿਆ। ਇਹ ਸਾਰੇ ਇੱਕ ਪ੍ਰੋਗਰਾਮ ਅਧੀਨ ਜਿਹੜਾ ਕਿ ਪੰਥ ਇਸ ਸਮੇਂ ਤੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦੀ ਅਗਵਾਈ ਹੇਠ ਕੋਈ ਪ੍ਰੋਗਰਾਮ ਦੇਵੇ ਜਿਹਦੇ ਨਾਲ ਸਮੁੱਚੇ ਪੰਜਾਬ ਦਾ ਭਲਾ ਹੋਵੇ। ਕਿਉਂਕਿ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਵਿਦਿਨ ਦੀ ਕਨਸਟੀਟਿਊਸ਼ਨ ਆਫ ਇੰਡੀਆ ਮੋਰ ਪਾਵਰਸ ਦੀ ਗੱਲ ਕਰਦਾ। ਬੀਬੀ ਜਗੀਰ ਕੌਰ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਬੀਬੀ ਜਗੀਰ ਕੌਰ ਦੇ ਵੱਲੋਂ ਵੀ ਮੰਗ ਪੱਤਰ ਲਿਖਿਆ ਗਿਆ ਸਿੰਘ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬੇਅਦਬੀ ਦੇ ਮੁੱਦੇ ਵੱਧ ਰਹੇ, ਕੁਝ ਸੰਸਥਾਵਾਂ ਵੱਖਰੀਆਂ ਹੋਣੀਆਂ ਚਾਹੀਦੀਆਂ। ਦੇਖੋ ਮੈਂ ਇਹ ਪਹਿਲਾਂ ਹੀ ਕਹਿ ਚੁੱਕਿਆ ਹੈਗਾ, ਮੇਰਾ ਤੁਸੀਂ ਇੰਟਰਵਿਊ ਸੁਣਿਆ ਹੋਣਾ ਹੈ ਜਾਂ ਮੇਰੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਬੀਬੀ ਜਾਗੀਰ ਕੌਰ ਜੀ ਇੱਕ ਬਹੁਤ ਵੱਡੀ ਸੰਸਥਾ ਦੀ ਪ੍ਰਤੀਨਿਧਤਾ ਕਰਦੇ ਹਨ। ਸੰਤ ਪ੍ਰੇਮ ਸਿੰਘ ਜੀ ਮੁਰਾਰੇ ਵਾਲਾ ਵੱਡੇ ਬਾਬਾ ਜੀ ਹੋਰਾਂ ਦਾ ਵਿਦਿਆ ਵਿੱਚ, ਉਹਨਾਂ ਦਾ ਸਿੱਖ ਪੰਥ ਦੇ ਅੰਮ੍ਰਿਤ ਪ੍ਰਚਾਰ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪਾਕਿਸਤਾਨ ਤੋਂ ਔਰ ਇੱਥੇ ਆ ਕੇ ਇੰਡੀਆ ਦੇ ਵਿੱਚ ਉਹਨਾਂ ਨੇ ਉਸ ਮਹਾਨ ਅਸਥਾਨ ਨੇ ਬਹੁਤ ਵੱਡੀ ਸੇਵਾ ਕੀਤੀ ਹੈ। ਤੋ ਚੋਣ ਲੜਨਾ ਤਾਂ ਮੈਂ ਸਮਝਦਾ ਕਿ ਡੈਮੋਕ੍ਰੈਟਿਕ ਰਾਈਟ ਹੈ। ਇਹ ਤਾਂ ਇਲੈਕਸ਼ਨ ਕਮਿਸ਼ਨ ਵੀ ਨਹੀਂ ਕਰਦਾ ਕਿ ਜੇ ਕੋਈ ਚੋਣ ਲੜ ਲਿਆ ਹੋਵੇ ਤਾਂ ਉਹਦੇ ਰਾਹ ਵਿੱਚ ਹੀ ਪੇਪਰ ਰਿਜੈਕਟ ਕਰ ਦਿਓ ਤਾਰੀਖ ਬਦਲਣ ਤੋਂ ਬਾਅਦ। ਮੇਰਾ ਕਹਿਣ ਦਾ ਭਾਵ ਹੈ ਤੇ ਉਹਨਾਂ ਦੇ ਵਿਰੁੱਧ ਜੋ ਐਕਸ਼ਨ ਹੋਇਆ ਚੋਣ ਲੜਦਿਆਂ ਦੌਰਾਨ ਉਹ ਵੀ ਗੈਰ ਸੰਵਿਧਾਨਕ ਸੀ। ਕਿਹਾ ਜਾ ਰਿਹਾ ਕਿ ਬੀਬੀ ਜਗੀਰ ਕੌਰ ਦੇ ਪਿੱਛੇ ਬੀਜੇਪੀ ਦਾ ਹੱਥ ਹੈਗਾ, ਬੀਬੀ ਜਗੀਰ ਕੌਰ ਤਾਂ ਹੋ ਰਹੇ ਨੇ। ਦੇਖੋ ਮੈਂ ਇਹਦੇ ਤੇ ਇਸ ਕਰਕੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਤਾਂ ਹੁਕਮ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਦਾ, ਬਹੁਤ ਵੱਡਾ ਹੁਕਮ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ ਹੈ। ਹੁਕਮ ਇਹ ਹੈ ਕਿ ਅਕਾਲੀ ਵਰਕਰ ਦੇ ਰੂਪ ਵਿੱਚ ਜੋੜੇ ਝਾੜ ਕੇ ਔਰ ਪੰਥ ਦੀ ਸੇਵਾ ਕਰੋ ਔਰ ਸਿੱਧੀ ਲੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕਰੋ। ਇਸ ਕਰਕੇ ਅਗਰ ਕੋਈ ਦੇਖੋ ਇਹਦੇ 'ਚ ਇੱਕ ਮਸਲਾ ਸਿੰਘ ਸਾਹਿਬ ਬਹੁਤ ਹੀ ਸੂਝ-ਬੂਝ ਨਾਲ ਉਹ ਕੌਮ ਦੀ ਅਗਵਾਈ ਕਰ ਰਹੇ ਹਨ, ਲੇਕਿਨ ਕੌਮੀ ਮਸਲੇ ਜਿਹੜੇ ਪੈਂਡਿੰਗ ਐ ਸਿੱਖ ਕੌਮ ਦੇ, ਬੰਦੀ ਸਿੰਘਾਂ ਦੀ ਰਿਹਾਈ ਹੈ, ਪੰਜਾਬ ਦੇ ਉੱਤੇ SYL ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ, ਰਾਜਧਾਨੀ ਦਾ ਮੁੱਦਾ ਹੈ, 10 ਏਕੜ ਜਿਹੜੀ ਲੈਂਡ ਮੰਗ ਰਿਹਾ ਹਰਿਆਣਾ ਉਹਦਾ ਇੱਕ ਟੈਕਨੀਕਲ ਮੁੱਦਾ ਹੈ, ਨਾਲ ਦੀ ਨਾਲ ਰਿਹਾਈਆਂ ਦੇ ਮੁੱਦੇ ਹੈ। ਇਹਨਾਂ ਸਾਰਿਆਂ ਮੁੱਦਿਆਂ ਤੇ ਸਾਨੂੰ ਇਕੱਠੇ ਹੋ ਕੇ ਯੂਨਾਈਟਿਡਲੀ ਅਗਰ ਸਿੱਖ ਪੰਥ ਯੂਨਾਈਟਿਡਲੀ ਮੰਗ ਕਰੇਗਾ ਸੈਂਟਰ ਤੋਂ ਤਾਂ ਮਸਲੇ ਹੱਲ ਹੋ ਸਕਦੇ ਹਨ। ਔਰ ਕੌਮ ਨੂੰ ਮਸਲੇ ਹੱਲ ਕਰਵਾਉਣ ਲਈ BJP ਜਾਂ ਕੋਈ ਪਾਰਟੀ ਜਿਹੜੀ ਹੈ ਅਗਰ ਉਹ ਹੱਲ ਕਰਨਾ ਚਾਹਵੇ ਪੰਜਾਬ ਦੇ ਉਹ ਸਾਰੇ ਮਸਲੇ ਤਾਂ ਉਹਨੂੰ ਕਰਨੇ ਚਾਹੀਦੇ। ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਕਹਿੰਦੇ ਕਿ ਐਜੀਪੀਸੀ ਜਦੋਂ ਕੋਈ ਐਲਾਨ ਹੁੰਦਾ ਸੀ ਦਿੱਲੀ ਹਿਲਦੀ ਸੀ, ਲੱਗਦਾ ਕਿ ਸਿੰਘ ਸਾਹਿਬ ਨੇ ਤਰਾਜ ਦਾ ਕਿ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਦੇਖੋ ਗੱਲ ਇਹ ਹੈਗੀ ਹੈ ਕਿ ਅਕਾਲੀ ਦਲ ਬੀਇੰਗ ਅ ਪੋਲੀਟੀਕਲ ਆਊਟਫਿਟ ਇਹ ਕਿਹਾ ਜਾ ਰਿਹਾ ਕਿ ਕਿਉਂਕਿ 10 ਵਰੇ 2007 ਤੋਂ 17 ਤੱਕ ਰਾਜ ਭਾਗ ਰਿਹਾ, ਉਦੋਂ ਦਾ ਕੋਈ ਰਿਕਾਰਡ, ਉਦੋਂ ਦੀ ਕੋਈ ਮੰਗ, ਉਦੋਂ ਦਾ ਕੋਈ ਨਾ ਕੋਈ ਜੋ ਸਿੱਖ ਕੌਮ ਦੇ ਦਰਪੇਸ਼ ਮਸਲੇ ਸਨ ਉਹ ਕਿੰਨੀ ਸ਼ਿੱਦਤ ਨਾਲ ਚੱਕੇ ਗਏ, ਇਹ ਇੱਕ ਮੁੱਦਾ ਹੈ। ਇਸ ਕਰਕੇ ਇੰਸਟੀਟਿਊਸ਼ਨਸ ਤਾਂ ਹੀ ਕਮਜ਼ੋਰ ਹੁੰਦੀਆਂ ਕਿ ਤਾਕਤ ਤੇ ਸੱਤਾ ਦੇ ਦੌਰਾਨ ਜਦੋਂ ਪੂਰੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਮਸਲਿਆਂ ਤੇ ਪਹਿਰਾ ਦੇਣਾ ਜ਼ਰੂਰੀ ਹੈ। ਕਮਜ਼ੋਰ ਕੌਣ ਕਰ ਰਿਹਾ ਵੈਸੇ? ਨਹੀਂ ਮੈਂ ਕਿਸੇ ਬਾਰੇ ਵਿਅਕਤੀਗਤ ਮੈਨੂੰ ਇੰਨੇ ਮਹੀਨੇ ਹੋ ਗਏ, ਮੈਂ ਨਾ ਜ਼ਾਤੀ ਤੌਰ ਤੇ ਸੁਖਬੀਰ ਸਿੰਘ ਜੀ ਦੇ ਖਿਲਾਫ ਨਾ ਮੈਂ ਜ਼ਾਤੀ ਤੌਰ ਤੇ ਕਿਸੇ ਹੋਰ ਵਿਅਕਤੀ ਦੇ ਖਿਲਾਫ ਗੱਲ ਕੀਤੀ ਹੈ। ਮੈਂ ਜ਼ਾਤੀ ਗੱਲ ਕਰਨ ਦੀ ਬਜਾਏ ਸਮੂਹਿਕ, ਮੈਂ ਤਾਂ ਆ ਗੱਲ ਸਪਸ਼ਟਤਾ ਨਾਲ ਕਹਿਣਾ ਚਾਹੁੰਦਾ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਮੈਂ ਇਹ ਕਿਹਾ ਕਿ ਕਲੈਕਟਿਵ ਰਿਸਪੌਂਸਿਬਿਲਿਟੀ ਹੈ, ਸਮੂਹਿਕ ਜ਼ਿੰਮੇਵਾਰੀ ਹੈ, ਇਹ ਇਕੱਲੇ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ। ਪਰ ਪਾਰਟੀ ਦੇ ਅੰਦਰ ਇੱਕ ਮੁੱਠਤਾ ਤੇ ਏਕਤਾ ਦਾ ਜਿਹੜਾ ਵਿਰੋਧ ਸ਼ੁਰੂ ਹੋਇਆ ਉਹ ਕੌਮ ਦੇ ਭਲੇ ਵਿੱਚ ਨਹੀਂ। ਇਹ ਬੇਨਤੀਆਂ ਅੱਜ ਸਿੰਘ ਸਾਹਿਬ ਨੂੰ ਮੈਂ ਕਰਨਾ ਹੈ। ਮੁਲਾਕਾਤ ਹੋਈ ਸਿੰਘ ਸਾਹਿਬ ਦੇ ਨਾਲ? ਹਾਂਜੀ ਬਹੁਤ ਅੱਛੀ ਮੁਲਾਕਾਤ ਹੋਈ, ਲਗਭਗ ਅੱਧਾ ਘੰਟਾ ਮੈਂ ਉਹਨਾਂ ਨਾਲ ਰਿਹਾ ਔਰ ਉਹਨਾਂ ਨੂੰ ਮੈਂ ਪੱਤਰ ਸੌਂਪਿਆ। ਪੱਤਰ ਦੇ ਜਿਹੜੇ ਕਨੇ ਸਾਰੇ ਉਹਦੇ ਕੰਟੈਂਟ ਨੇ
ਉਹ ਕੰਟੈਂਟ ਜਿਹੜੇ ਨੇ ਉਹ ਸੀਲ ਬੰਦ ਨੇ, ਮੈਂ ਉਹਨਾਂ ਨੂੰ ਦੇ ਕੇ ਆਇਆ। तो मेरा ये फर्ज नहीं कि ਉਹਦੇ ਵਿੱਚ ਜਿਹੜੇ ਕੰਟੈਂਟ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂ, ਲੇਕਿਨ ਮੋٹے ਤੌਰ ਤੇ ਮੈਂ ਆਪ ਨੂੰ ਬੇਨਤੀ ਕੀਤੀ ਹੈ ਕਿ ਮੈਂ ਅਕਾਲੀ ਵਰਕਰ ਦੇ ਰੂਪ ਵਿੱਚ ਕੰਮ ਕਰਾਂਗਾ। ਔਰ ਕਿਉਂਕਿ ਮੈਂ ਅਕਾਲ ਤਖਤ ਸਾਹਿਬ ਦੇ ਇੱਥੇ ਪੇਸ਼ ਹੋ ਗਿਆ, ਮੈਨੂੰ ਉਹਨਾਂ ਨੇ ਕੁਝ ਆਦੇਸ਼ ਦਿੱਤੇ ਨੇ। ਮੈਂ ਹੁਣ ਦੁਨਿਆਵੀ ਬੰਦੇ ਜਿਹੜੇ ਕੋਈ ਰਾਜਨੀਤਿਕ ਤੌਰ ਤੇ ਬਦਲਾ ਲਊ ਕਾਰਵਾਈ ਭਾਵਨਾ ਦੇ ਨਾਲ, ਦਵੇਸ਼ ਨਾਲ ਮੇਰੇ ਵਿਰੁੱਧ ਕੁਝ ਐਕਸ਼ਨ ਲੈਣਾ ਚਾਹੁੰਦੇ ਹੈ, ਉਹ ਵੈਲਕਮ ਹੈ, ਜੋ ਉਹਨਾਂ ਦੀ ਮਰਜ਼ੀ।